ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ ਕਹਿਓ ਲੋਕੋ ਕਾਟੇ ਲੋਹਾ ਰੰਗੜ ਹੱਥ ਰੋਹਾ ਜਨਮ ਪੀਰ ਰੰਗੜ ਕਰ ਧਰੇ ਰਾਜੀ ਸਭ ਮਾਜੂਦ ਤੁਬ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਲਮ ਸਿੰਘ ਆਦਿ ਸਿੰਘਾਂ ਦੇ ਨਾਲ ਭਵਿੱਖਤ ਬਚਨ ਕਰ ਰਹੇ ਹਨ ਆਉਣ ਵਾਲੇ ਸਮੇਂ ਵਾਸਤੇ। ਤੇ ਵਿਚਾਰਾਂ ਕਰਦੇ ਹੋਏ ਭਾਈ ਆਲਮ ਸਿੰਘ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਤੇਰਾ ਜਨਮ ਰੰਗੜਾਂ ਦੇ ਘਰ ਹੋਇਆ ਹੈ। ਜਿਸ ਤਰ੍ਹਾਂ ਲੋਹੇ ਨੂੰ ਲੋਹਾ ਕੱਟਦਾ ਰੰਗੜਾਂ ਨੂੰ ਰੰਗੜ ਹੀ ਕੱਟਦੇ ਆ। ਭਾਵ ਤੇਰਾ ਜਿਹੜਾ ਹੈ ਜਨਮ ਰੰਗੜਾਂ ਦੇ ਘਰ ਹੋਇਆ ਫਿਰ ਤੂੰ ਸਰੀਰ ਛੱਡੇਗਾ ਫਿਰ ਦੁਬਾਰਾ ਰੰਗੜਾਂ ਦੇ ਘਰ ਜਨਮ ਲਵੇਂਗਾ ਔਰ ਫਿਰ ਤੈਨੂੰ ਅਸੀਂ ਰਾਜ ਦੇਵਾਂਗੇ ਔਰ ਜਿਤਨੇ ਰਾਜੇ ਹਨ ਇਹ ਸਾਰੇ ਤੇਰੇ ਅੰਡਰ ਕਰਾਂਗੇ। ਭਾਵ ਤੇਰਾ ਉਹਨਾਂ ਰਾਜਿਆਂ ਉੱਤੇ ਹੁਕਮ ਚੱਲੇਗਾ। ਤੇ ਭਾਈ ਆਲਮ ਸਿੰਘ ਅੱਗੋਂ ਪੁੱਛਦੇ ਆ ਮਹਾਰਾਜ ਤੁਹਾਡੇ ਵੀ ਦਰਸ਼ਨ ਹੋਣਗੇ ਕਿ ਨਹੀਂ ਉਦੋਂ ਤੁਸੀਂ ਵੀ ਆਓਗੇ। ਪਾਤਸ਼ਾਹ ਜੀ ਕਹਿਣ ਲੱਗੇ ਇੱਛਾ ਤਾਂ ਸਾਡੀ ਵੀ ਹੈ ਕਿਉਂਕਿ ਹਜੇ ਤੱਕ ਅਸੀਂ ਗੁਰੂ ਰਾਮਦਾਸ ਸਰੋਵਰ 'ਚ ਇਸ਼ਨਾਨ ਨਹੀਂ ਕੀਤਾ ਗਾ। ਅਸੀਂ ਵੀ ਉੱਥੇ ਜਾਣਾ ਹੈ ਤੇ ਉਹ ਸਾਡਾ ਅਗਲੇ ਜਨਮ ਵਿੱਚ ਹੀ ਜਾਣਾ ਹੋਵੇਗਾ ਲੱਗਦਾ ਹੁਣ, ਜਿਸ ਨੂੰ ਅਸੀਂ 24ਵਾਂ ਅਵਤਾਰ ਮੰਨਦੇ ਹਾਂ ਜਾਂ ਨਿਹ ਕਲੰਕ ਅਵਤਾਰ ਕਹਿੰਦੇ ਹਾਂ। ਉਹ ਦੁਸ਼ਟ ਦਮਨ ਹੀ ਸਮੇਂ ਸਮੇਂ 'ਤੇ ਜਦਾ ਧਰਮ ਗਲਾਨੀ ਜਿਵੇਂ ਕ੍ਰਿਸ਼ਨ ਜੀ ਕਹਿੰਦੇ ਨੇ ਕਿਉਂਕਿ ਸਾਰੇ ਰੂਹਾਂ ਪਰਮੇਸ਼ਰ ਦੀਆਂ ਭੇਜੀਆਂ ਹੋਈਆਂ ਇੱਕੋ ਹੀ ਹੈ। ਭੱਟਾਂ ਦੀ ਬਾਣੀ ਵਿੱਚੋਂ ਪੜ੍ਹੀਏ ਤਾਂ ਲਿਖਦੇ ਹਨ ਸਰਜੁਗ ਤੈ ਮਾਣਿਓ ਛਲਿਓ ਬਲਵਾਵਣ ਭਾਇਓ ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਤੇ ਕਲਯੁਗ ਆਪ ਨਾਨਕ ਅੰਗਦ ਅਮਰ ਕਹਾਇਓ। 10ਵੇਂ ਜਾਮੇ ਤੱਕ ਤੂੰ ਹੀ ਆਇਆ। ਤੋ ਦੁਸ਼ਟ ਦਮਨ ਜੀ ਸਮੇਂ ਸਮੇਂ 'ਤੇ ਜਦੋਂ ਧਰਮ ਦੇ ਵਿੱਚ ਗਿਰਾਵਟ ਆਉਂਦੀ ਹੈ ਤੇ ਆ ਕੇ ਉਹਨੂੰ ਸੈੱਟ ਕਰਦੇ ਆ। ਜਿਵੇਂ ਸਾਨੂੰ ਜਰਨੈਲ ਸਿੰਘ ਜੀ ਵੇਲੇ ਬਹੁਤ ਸਾਰੀ ਸੈਟਿੰਗ ਹੋ ਗਈ ਸੀ। ਚਲੋ ਉਹਨਾਂ ਨੂੰ ਓਨੇ ਸਮਾਂ ਮਿਲਿਆ, ਉਹਨਾਂ ਨੇ ਆਪਣੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ, ਬਹੁਤ ਸਾਰੇ ਲੋਕਾਂ ਦੇ ਕਾਰਜ ਰਸ ਕੀਤੇ। ਇਵੇਂ ਸਮੇਂ ਸਮੇਂ 'ਤੇ ਉਹ ਰੂਹਾਂ ਆਉਂਦੀਆਂ। ਤੇ ਆਲਮ ਸਿੰਘ ਜੀ ਕਹਿਣ ਲੱਗੇ ਮਹਾਰਾਜ ਤੁਹਾਡੇ ਦਰਸ਼ਨ ਹੋਣਗੇ ਫਿਰ ਉਸ ਵੇਲੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਆਪਾਂ ਵਿਚਾਰਾਂ 'ਚ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
की फतेह। दोहरा कहो लोह को काटे लोहा, रंगड़ को रंगड़ हथ रोहा। ਸਤਿਗੁਰੂ ਪਾਤਸ਼ਾਹ ਜੀ ਦਾ ਆਲਮ ਸਿੰਘ ਨਾਲ ਬਹੁਤ ਪਿਆਰ ਹੈ ਔਰ ਇਹ ਹਮੇਸ਼ਾ ਸਤਿਗੁਰਾਂ ਦੇ ਨਾਲ ਨਾਲ ਰਹਿੰਦਾ ਹੈ। ਸਾਹਮਣੇ ਬੈਠਾ ਹੈ, ਵਿਚਾਰਾਂ ਕਰਦੇ ਕਰਦੇ ਕੋਈ ਸਮਾਂ ਚੁੱਪ ਕਰੇ, ਫਿਰ ਆਲਮ ਸਿੰਘ ਵੱਲ ਧਿਆਨ ਗਿਆ। ਕਹਿਣ ਲੱਗੇ, ਆਲਮ ਸਿਆ, ਜਿਵੇਂ ਲੋਹੇ ਨੂੰ ਲੋਹਾ ਕੱਟਦਾ ਐਵੇਂ ਰੰਗੜਾਂ ਨੂੰ ਰੰਗੜ ਕੱਟਦੇ ਹਨ, ਭਾਵ ਆਪਸੀ ਲੜਾਈਆਂ ਵਿੱਚ ਹੀ ਰੰਗੜ ਮਾਰੇ ਜਾਣਗੇ। ਜਨਮ ਫੇਰ ਰੰਗੜ ਕਰ ਤਰੇ, ਰਾਜੇ ਸਭ ਮੌਜੂਦ ਤੁਮ ਕਰੇ। ਹੁਣ ਮੈਂ ਤੇਰੀ ਗੱਲ ਕਰਦਾ ਕਿ ਤੇਰਾ ਫਿਰ ਜਨਮ ਹੋਵੇਗਾ ਮਨੁੱਖਾ ਜਾਮਾ ਰੰਗੜਾਂ ਦੇ ਘਰ ਵਿੱਚ ਹੀ, ਔਰ ਫਿਰ ਮੈਂ ਤੈਨੂੰ ਰਾਜ ਦੇਵਾਂਗਾ ਤੇ ਜਿਤਨੇ ਰਾਜੇ ਹੋਣਗੇ ਧਰਤੀ ਦੇ ਸਾਰੇ ਤੇਰੇ ਅੰਡਰ ਹੋਣਗੇ, ਜਿਨ੍ਹਾਂ ਤੇ ਤੇਰਾ ਹੁਕਮ ਚੱਲੇਗਾ। ਤਿਉ ਰਾਜ ਤੋ ਕੋ ਹਮ ਸਾਰਾ, ਸਿੱਖੀ ਅਰਦ ਦਈ ਹਿਤ ਧਾਰਾ। ਤੂੰ ਰਾਜ ਭਾਗ ਦੀ ਇੱਛਾ ਰੱਖੀ ਹੈ, ਤੈਨੂੰ ਪੂਰਾ ਰਾਜ ਦਿੱਤਾ, ਅੱਧੀ ਸਿੱਖੀ ਵੀ ਦਿੱਤੇ। ਆਲਮ ਸਿੰਘ ਬੰਦ ਕਰ ਦੋਏ, ਕਹਿਓ ਕਿ ਦਰਸ਼ਨ ਪੀ ਤੁਮ ਹੋਏ। ਭਾਈ ਆਲਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨਾਂ ਦਾ ਵੀ ਪਿਆਸਾ ਹਾਂ, ਕਿ ਉਸ ਜਨਮ ਦੇ ਵਿੱਚ ਤੁਹਾਡੇ ਦਰਸ਼ਨ ਵੀ ਹੋਵਣਗੇ ਜੀ। ਤੋਹਰਾ ਕਹਿਓ ਗੁਰੂ ਹਮ ਪੀ ਰੱਖੇ, ਹਿਰਦੇ ਭਾਵਨੀ ਸੋਏ। ਉਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਆਲਮ ਸਿਆਂ ਭਾਵਨਾ ਇੱਛਾ ਤਾਂ ਸਾਡੀ ਵੀ ਹੈ। ਸ਼੍ਰੀ ਅੰਮ੍ਰਿਤਸਰ ਪਹੁੰਚਵੇ, ਰਾਮ ਸਰੋਵਰ ਜੋਏ। ਇਸ ਤਰ੍ਹਾਂ ਜਿਹੜਾ ਹੈ ਅਸੀਂ ਰਾਮਦਾਸ ਸਰੋਵਰ ਸ੍ਰੀ ਅੰਮ੍ਰਿਤਸਰ ਜਾ ਕੇ ਰਾਮ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ। ਤੇਰ 11ਵੀਂ ਹਮ ਚਲਿਆ ਭੈ, ਜਿਸ ਤੇ ਕੋਈ ਨਾ ਹਮ ਲਖ ਪਾਵੈ। ਤਾਂ ਉਹ ਸਾਡਾ ਅਗਲਾ ਜਨਮ ਹੋਵੇਗਾ। 11ਵੀਂ ਵਾਰ ਭਾਵ 10 ਜਾਮੇ ਹੋ ਗਏ 10ਵੇਂ ਪਾਤਸ਼ਾਹ ਤੱਕ। ਪਹਿਲੇ ਜਾਮੇ ਤੋਂ ਲੈ ਕੇ ਆਪ ਨਰੈਣ ਕਲਾਧਾਰ ਜਗ ਮੈਂ ਪਰਵਰਿਓ। ਫਿਰ ਇਸੇ ਤਰ੍ਹਾਂ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੋਰੇ ਅਵਤਾਰ, ਫਿਰ ਉਹਨਾਂ ਨੇ ਗੁਰਤਾ ਗੱਦੀ ਸ਼ਬਦ ਗੁਰੂ ਨੂੰ ਦੇ ਦਿੱਤੀ। ਹੁਣ ਅਸੀਂ ਕਹਿੰਦੇ ਅਗਲਾ 11ਵਾਂ ਜਾਮਾ ਵੀ ਸਾਡਾ ਹੋਵੇਗਾ, ਜਿਵੇਂ ਅਵਤਾਰਾਂ ਵਿੱਚੋਂ ਇਹ 24ਵਾਂ ਅਵਤਾਰ ਮੰਨਿਆ ਜਾਂਦਾ ਹੈ, ਜਿਹੜੇ ਨੇ ਆਉਣਾ ਹਜੇ, ਜਿਸ ਦਾ ਨਾਮ ਇਤਿਹਾਸਾਂ ਵਿੱਚ ਨੇਕ ਕਲੰਕ ਵੀ ਰੱਖਿਆ ਹੋਇਆ ਹੈ, ਵੇਦਾਂ ਵਿੱਚ ਵੀ ਹੈ ਤੇ ਗੁਰਮਤਿ ਦੇ ਇਤਿਹਾਸ ਵਿੱਚ ਵੀ ਹੈ ਕਿ ਇਹ ਅਵਤਾਰ ਹਜੇ ਆਉਣਾ ਹੈ 24ਵਾਂ। ਇੱਧਰੋਂ ਗੁਰਮਤਿ ਮੁਤਾਬਕ 10ਵਾਂ 11ਵਾਂ ਅਵਤਾਰ ਹੈ। ਕਹਿਣ ਲੱਗੇ ਅਸੀਂ 11ਵਾਂ ਜਾਮਾ ਲੈ ਕੇ ਦੁਨੀਆ ਵਿੱਚ ਆਵਾਂਗੇ। ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲਣ ਮੈਂ ਤਿਸ ਬੇਰੀ। ਔਰ ਜਿਹੜਾ ਮੈਂ ਖਾਲਸਾ ਪੰਥ ਸਾਜਿਆ ਹੈ, ਇਸ ਨੂੰ ਵੀ ਆ ਕੇ ਦੁਬਾਰਾ ਸੰਭਾਲਾਂਗਾ। ਦੋਹਰਾ ਵਧੇ ਰਾਜ ਚਿਤ ਸਿੰਘ, ਗਨ ਉਮਤ ਹੋਏ ਵਿਨਾਸ਼। ਉਸ ਵੇਲੇ ਸਾਡਾ ਖਾਲਸਾ ਰਾਜ ਬਹੁਤ ਵਧੇ ਫੁੱਲੇਗਾ। ਉਮਤ ਕਹਿੰਦੇ ਆ ਬਾਕੀ ਜਨਤਾ ਜਿਹੜੀ ਖਾਲਸਾ ਰਾਜ ਨੂੰ ਨਹੀਂ ਮੰਨੇਗੀ ਉਹ ਖਤਮ ਹੋ ਜਾਵੇਗੀ। ਜਿਸ ਤਰ੍ਹਾਂ ਆਹ ਕਰੋਨਾ ਦੀ ਬਿਮਾਰੀ ਆਈ ਆ, ਜੇ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਸੰਸਾਰ ਨੂੰ ਖਤਮ ਕਰਦੀਆਂ, ਤੇ ਸੰਸਾਰ ਦੇ ਸਿਆਣੇ ਲੋਕਾਂ ਨੇ, ਪਹਿਲਾਂ ਬਜ਼ੁਰਗਾਂ ਨੇ, ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਕਿਹਾ ਵੀ ਇੱਕ ਐਸਾ ਸਮਾਂ ਆਵੇਗਾ ਜਦੋਂ 12-12 ਕੋਹ ਤੇ ਦੀਵਾ ਜਗੇਗਾ। ਤੇ ਪੁੱਛਣ ਵਾਲੇ ਨੇ ਪੁੱਛਿਆ, ਮਹਾਰਾਜ ਬਚੂ ਕਿਹੜਾ? ਕਹਿੰਦੇ ਜਿਹੜਾ ਨਾਮ ਜਪੂਗਾ ਬਸ ਉਹੀ ਬਚੂਗਾ। ਪਾਤਸ਼ਾਹ ਦਾ ਬਚਨ ਹੈ, ਜੋ ਸੋ ਜੀਵ ਹੈ ਜਿਸ ਮਨ ਵਸਿਆ ਸੋਏ। ਗੁਰਬਾਣੀ ਦਾ ਬਚਨ, ਸੋ ਜੀਵ ਹੈ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਇਸ ਕਰਕੇ ਉਹ ਬਚਣਗੇ ਜਿਹੜੇ ਸਿਮਰਨ ਕਰਨਗੇ। ਤੇ ਸਿਮਰਨ ਪਰਮੇਸ਼ਰ ਦਾ, ਗੁਰਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਹੈ ਜਿਹੜਾ, ਇਹ ਤੁਹਾਨੂੰ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖ ਸਕਦਾ। ਤੇ ਫਿਰ ਦੀਵਾ ਕੌਣ ਜਗਾਓ? ਬੰਦੇ ਜਗਾਓ ਨਾ, ਪਰ ਉਹ ਭਜਨ ਬੰਦਗੀ ਵਾਲੇ ਹੋਣਗੇ। ਤੇ ਪਾਤਸ਼ਾਹ ਕਹਿੰਦੇ 12-12 ਕੋਹ ਤੇ ਦੀਵਾ ਜਗਣਾ, ਐਸਾ ਸਮਾਂ ਆ ਜਾਣਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਮੈਂ ਆਊਂਗਾ, ਆਪਣੇ ਖੇਤੀ ਨੂੰ ਭਾਵ ਆਪਣੇ ਖਾਲਸਾ ਪੰਥ ਨੂੰ ਸੰਭਾਲਾਂਗਾ, ਤੇ ਖਾਲਸੇ ਦਾ ਰਾਜ ਸਾਰੀ ਧਰਤੀ ਤੇ ਹੋਵੇਗਾ। ਠੇਡੇ ਖਾਵੇ ਖਾਲਸਾ, ਮੋਹਿ ਸੰਭਾਲੇ ਸਾਸ। ਠੇਡੇ ਖਾਣਾ ਭਾਵ ਭਟਕਣਾ, ਦੁਖੀ ਹੋਣਾ। ਜਿਸ ਤਰ੍ਹਾਂ ਅੱਜ ਲਗਭਗ ਹੋਰ ਮਤਾਂ ਦੇ ਲੋਕ, ਕੁਝ ਲੋਕ ਸਿੱਖ ਮਤ ਨੂੰ ਚੰਗਾ ਨਹੀਂ ਸਮਝਦੇ, ਉਹ ਕਹਿੰਦੇ ਵੀ ਸਾਡਾ ਹੀ ਹੋਵੇ ਰਾਜ ਦਬਦਬਾ, ਜਿਵੇਂ ਔਰੰਗਜ਼ੇਬ ਚਾਹੁੰਦਾ ਸੀ ਸਾਰੇ ਹੀ ਮੁਸਲਮਾਨ ਹੀ ਹੋਣ। ਇਸੇ ਤਰ੍ਹਾਂ ਸਮੇਂ-ਸਮੇਂ 'ਤੇ ਸਰਕਾਰਾਂ ਬਦਲਦੀਆਂ,
ਜਿਹਨੂੰ ਥੋੜ੍ਹੇ ਦਿਨਾਂ ਲਈ ਗੱਦੀ ਮਿਲ ਜਾਂਦੀ ਆ, ਕੁਰਸੀ ਮਿਲ ਜਾਂਦੀ ਆ, ਉਹ ਕਹਿੰਦਾ ਬਸ ਹੁਣ ਦੁਨੀਆ ਵਿੱਚ ਸਾਡੇ ਵਰਗੇ ਹੁਣ ਬਾਕੀ ਖਤਮ ਹੋ ਜਾਣ। ਕੋਈ ਸਤਨਾਮ, ਸ੍ਰੀ ਵਾਹਿਗੁਰੂ। ਸਾਰੇ ਭਗਵੇਂ ਭਗਵੇਂ ਹੋਣ। ਤਾਂ ਇਸ ਕਰਕੇ ਉਦੋਂ ਉਹ ਸਰਕਾਰਾਂ ਜਦੋਂ ਸਿੱਖਾਂ ਨੂੰ ਚੰਗਾ ਨਹੀਂ ਸਮਝਦੀਆਂ, ਜਿਵੇਂ ਹੁਣ ਕਿਸਾਨਾਂ ਨੂੰ ਉੱਥੇ ਬੈਠਿਆਂ ਨੂੰ 6 ਮਹੀਨੇ ਹੋ ਗਏ, ਤੇ ਚਾਹੇ ਤਾਂ ਮੌਕੇ ਦੀ ਸਰਕਾਰ 1 ਮਿੰਟ ਵਿੱਚ ਕੰਮ ਨਿਬੇੜ ਸਕਦੀ ਹੈ ਵੀ ਜਾਓ ਘਰੇ, ਆਪਾਂ ਨਹੀਂ ਕਾਨੂੰਨ ਬਣਾਉਂਦੇ, ਗੱਲ ਤਾਂ ਇੰਨੀ ਹੋਈ ਆ ਨਾ। ਪਰ ਮਤਲਬ ਉਹ ਕਹਿੰਦੇ ਸਾਡਾ ਨੱਕ ਨਾ ਨੀਵਾਂ ਹੋ ਜੇ, ਤੇ ਇਹ ਕਹਿੰਦੇ ਆ ਵੀ ਜੇ ਇਹ ਗੱਲ ਹੁੰਦੀ ਹੈ ਤੇ ਸਾਡਾ ਸਭ ਕੁਝ ਹੀ ਜਾਂਦਾ ਹੈ, ਸਾਡੀ ਹੋਰ ਤਾਂ ਹੋਰ ਆ ਰੀਤੀ ਰਿਵਾਜ ਵੀ ਖਤਮ ਹੋ ਜਾਣਗੇ। ਸਾਡਾ ਸਭ ਕੁਝ ਜਿਹੜਾ ਪੰਜਾਬ ਦਾ ਜਾਂ ਸਿੱਖਾਂ ਦਾ ਜਾਂ ਕਿਸਾਨਾਂ ਦਾ ਜੋ ਸਿਸਟਮ ਹੈ, ਇਸ ਨੂੰ ਬਦਲ ਕੇ ਗੁਰੂ ਪਿਆਰਿਓ ਇਹ ਉਹੀ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਆਉਣ ਤੋਂ ਪਹਿਲਾਂ ਚੌਧਰੀਆਂ ਦੇ ਕੋਲ ਜ਼ਮੀਨਾਂ ਸੀ, ਵੱਡੇ ਲੋਕਾਂ ਕੋਲ, ਅਮੀਰਾਂ ਕੋਲ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਫਿਰ ਉਹਨਾਂ ਦੇ ਰਾਜ ਕਾਇਮ ਹੋਇਆ। ਤੇ ਉਹਨਾਂ ਨੇ ਕੀ ਕੀਤਾ, ਜਿਹੜੀਆਂ ਜ਼ਮੀਨਾਂ ਨੂੰ ਜਿਹੜੇ ਵਾਹੁੰਦੇ ਸੀ ਮੁਜਾਰੇ ਲੋਕ, ਜਿਨ੍ਹਾਂ ਤੋਂ ਟੈਕਸ ਲਿਆ ਜਾਂਦਾ ਸੀਗਾ, ਜਿਨ੍ਹਾਂ ਦੀ ਫਸਲ ਦੇ ਵਿੱਚੋਂ ਉਹਨਾਂ ਨੂੰ ਚੌਥਾ ਹਿੱਸਾ ਦੇ ਕੇ ਬਾਕੀ ਸਾਰੀ ਲੈ ਜਾਂਦੇ ਸੀ ਚੱਕ ਕੇ। ਸੀਰੀ ਦਿਹਾੜੀਏ ਬਣਾਏ ਹੋਏ ਸੀ, ਗੁਲਾਮ ਬਣਾਏ ਹੋਏ ਸੀ। ਬੰਦਾ ਸਿੰਘ ਬਹਾਦਰ ਨੇ ਉਹ ਸਾਰੀਆਂ ਜ਼ਮੀਨਾਂ ਉਹਨਾਂ ਵਿੱਚ ਵੰਡ ਦਿੱਤੀਆਂ, ਤੇ ਜਿਹੜੇ ਉਹ ਨੱਪੀ ਬੈਠੇ ਸੀ ਲੋਕ, ਗੁਲਾਮ ਬਣਾਏ ਬੈਠੇ ਸੀ ਜਨਤਾ ਨੂੰ, ਉਹਨਾਂ ਨੂੰ ਖਤਮ ਕੀਤਾ। ਇਹ ਬੰਦਾ ਸਿੰਘ ਬਹਾਦਰ ਨੇ ਆਪਣੇ ਸਮੇਂ 'ਚ ਕੀਤਾ। ਤੇ ਦੁਬਾਰਾ ਸ਼ਾਇਦ ਉਹੋ ਜਿਹਾ ਸਿਸਟਮ ਬਣਾਉਣ ਦਾ ਇਰਾਦਾ ਹੈ। ਬਈ ਵੱਡੇ ਅਮਾਨੀਆਂ ਡਾਨੀਆਂ ਵੱਡਿਆਂ ਦੇ ਹੱਥਾਂ ਵਿੱਚ ਸਿਸਟਮ ਦੇ ਦਿਓ ਸਾਰਾ, ਤੇ ਜਨਤਾ ਨੂੰ ਗੁਲਾਮ ਬਣਾ ਕੇ ਤੇ ਇਹਨਾਂ ਦੇ ਕੋਲੋਂ ਕੰਮ ਕਰਵਾਓ। ਪਰ ਜਿਹੜਾ ਹਿੰਦੁਸਤਾਨ, ਜਿਹੜਾ ਭਾਰਤ ਹੈ, ਇਹਦੇ ਵਿੱਚ ਉਹ ਸਿਸਟਮ ਨਹੀਂ ਚੱਲ ਸਕਦਾ, ਕਿਉਂਕਿ ਇੱਥੇ ਬਹੁ ਰੰਗੀ ਦੁਨੀਆ ਹੈ ਤੇ ਸਭ ਨੂੰ ਆਪਣੇ ਹੱਕਾਂ ਨੂੰ ਵਰਤਣ ਦਾ ਹੁਕਮ ਹੈ। ਅਕਾਲ ਪੁਰਖ ਦਾ ਹੁਕਮ ਹੈ, ਗੁਰੂ ਕਿਰਪਾ ਕਰਨ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫਿਰ ਮੈਂ ਆਪਣਾ ਠੇਡੇ ਖਾਂਦੇ ਖਾਲਸੇ ਨੂੰ ਮੈਂ ਸੰਭਾਲਾਂਗਾ, ਫਿਰ ਮੈਂ ਆਪਣੀ ਸਿੱਖਾਂ ਨੂੰ, ਆਪਣੀ ਜਨਤਾ ਨੂੰ ਸੰਭਾਲਾਂਗਾ ਕਿ ਕਾਇਮ ਕਰਾਂਗਾ। ਜਿਹੜੇ ਮੈਨੂੰ ਵੀ ਯਾਦ ਰੱਖਣਗੇ, ਸਵਾਸ ਸਵਾਸ ਮੋਹੇ ਸੰਭਾਲਿਆ ਸਾਥ, ਜਿਹੜੇ ਮੈਨੂੰ ਯਾਦ ਰੱਖਣਗੇ ਉਹਨਾਂ ਨੂੰ ਮੈਂ ਸੰਭਾਲਾਂਗਾ। ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਨਾਲ, ਗੁਰਮਤਿ ਦੇ ਨਾਲ ਜੁੜੇ ਰਹੀਏ, ਤੇ ਗੁਰੂ ਵੀ ਸਾਡਾ ਖਿਆਲ ਕਰਨਗੇ। ਉਤਰਾਂਗਾ ਮੈਂ ਤਬੀ ਦਿਨ ਜਾ ਦਿਨ ਮੁਕਤੇ ਸਿੰਘ। ਕਹਿਣ ਲੱਗੇ ਮੈਂ ਉਸ ਦਿਨ ਉਤਰਾਂਗਾ ਦੁਨੀਆ ਦੇ ਵਿੱਚ ਜਦੋਂ ਮੁਕਤਿਆਂ ਦੇ ਦਿਨ ਆਉਂਦੇ ਹਨ। ਗੂੜ ਗੂੜ ਅਰ ਮੂੜ ਨਰਿਪ ਜਾਏ ਖਪੇਂਗੇ ਪਿੰਗ। ਕਹਿਣ ਲੱਗੇ ਫਿਰ ਜਦੋਂ ਮੈਂ ਆਵਾਂਗਾ, ਫਿਰ ਇਹ ਜਿਹੜੇ ਰਾਜੇ ਫੂੜ, ਮਾੜੀ ਮੱਤ ਵਾਲੇ, ਔਰ ਗੂੜ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਆ, ਮੂੜ ਜਿਹੜੇ ਮੂਰਖ ਲੋਕ, ਇਹ ਸਾਰੇ ਰਾਜਿਆਂ ਦੇ ਰਾਜ ਖਤਮ ਹੋ ਜਾਣਗੇ। ਜਾਏ ਖਪਾਂਗੇ ਪਿੰਗ, ਇਹ ਪਿੰਗਲੇ ਹੋ ਜਾਣਗੇ, ਭਾਵ ਇਹਨਾਂ ਦੀ ਸ਼ਕਤੀ ਖਤਮ ਹੋ ਜਾਵੇਗੀ ਔਰ ਇਹ ਖਤਮ ਹੋ ਜਾਣਗੇ। ਸਭੇ ਸਰੰਦੀ ਨਾਸ਼ ਹੋਏ, ਕੁਲ ਮੇਰੀ ਹੋਈ ਨਾਸ਼। ਕਹਿਣ ਲੱਗੇ ਐਸਾ ਵੀ ਸਮਾਂ ਆਵੇਗਾ, ਸਰਹੰਦੀ ਮੁਗਲ ਵੀ ਨਾਸ਼ ਹੋ ਜਾਣਗੇ ਔਰ ਮੇਰੀ ਕੁਲ ਵੀ ਨਾਸ਼ ਹੋ ਜਾਵੇਗੀ। ਪੰਜ ਸਿੰਘ ਸਰਦਾਰ ਮਾਮਾ ਜਿਉ ਜਾਦਵ ਲੈ ਗਏ ਕ੍ਰਿਸ਼ਨ, ਕਾਟੋ ਕਿਲ ਜਿਮਕਾਸ। ਕਹਿਣ ਲੱਗੇ ਮੈਂ ਆਪਣੀ ਕੁਲ ਨੂੰ ਆਪਣੇ ਨਾਲ ਲੈ ਜਾਵਾਂਗਾ ਜਾਦਵ ਆਲਮ ਸਿਆ, ਮੈਂ ਆਪਣੀ ਕੁਲ ਨੂੰ ਆਪਣੇ ਨਾਲ ਲੈ ਜਾਵਾਂਗਾ, ਜਿਵੇਂ ਕ੍ਰਿਸ਼ਨ ਆਪਣੀ ਯਾਦਵਾਂ ਨੂੰ ਨਾਲ ਲੈ ਗਿਆ। ਹੁਣ ਇਸ ਕਹਾਣੀ ਨੂੰ ਸਮਝਣ ਵਾਸਤੇ ਅਸੀਂ 10ਮ ਗ੍ਰੰਥ ਪੜ੍ਹੀਏ ਤਾਂ ਉਹ 'ਚੋਂ ਪਤਾ ਲੱਗ ਸਕਦਾ, ਜਾਂ ਫਿਰ ਹਿੰਦੂ ਮਤ ਦੇ ਗ੍ਰੰਥਾਂ ਵਿੱਚ ਵੀ ਇਹ ਕਹਾਣੀ ਹੈ ਕਿ ਜਿਸ ਵੇਲੇ ਕ੍ਰਿਸ਼ਨ ਜੀ ਦੇ ਆਖਰੀ ਸਮਾਂ ਆਇਆ ਨਾ, ਉਸ ਵੇਲੇ ਯਾਦਵਾਂ ਨੇ ਜਮਨਾ ਦੇ ਕਿਨਾਰੇ 'ਤੇ ਇੱਕ ਫੰਕਸ਼ਨ ਕੀਤਾ ਵੱਡਾ। ਮੈਂ ਅੱਜ ਦੀ ਬੋਲੀ ਵਿੱਚ ਕਹਿ ਰਿਹਾ, ਫੰਕਸ਼ਨ ਕੀਤਾ ਤੇ ਫੰਕਸ਼ਨ ਵਿੱਚ ਉਹਨਾਂ ਨੇ ਸ਼ਰਾਬਾਂ ਪੀਤੀਆਂ। ਇਸ ਤੋਂ ਬੈਕ ਚੱਲ ਗਏ ਆਪਾਂ ਵੀ ਇਹਦਾ ਕਾਰਨ ਕੀ ਬਣਿਆ। ਇੱਕ ਰਿਸ਼ੀ ਜਿਹੜੇ ਕ੍ਰਿਸ਼ਨ ਜੀ ਦੇ ਗੁਰੂ ਸਨ, ਜਿਹੜੇ ਇੱਕ ਦਿਨ ਕ੍ਰਿਸ਼ਨ ਦੀ ਕੁਲ ਦੇ ਬੱਚੇ, ਜਾਦਵ ਬੱਚੇ, ਕਹਿੰਦੇ ਮਜ਼ਾਕ ਵਿੱਚ ਇਕੱਠੇ ਹੋ ਗਏ, ਸ਼ਰਾਰਤਾਂ ਕਰਦੇ ਹੋਏ ਇੱਕ ਲੜਕੇ ਦੇ ਪੇਟ 'ਤੇ ਲੋਹੇ ਦਾ ਬਾਟਾ ਬੰਨ੍ਹ ਲਿਆ, ਉੱਤੋਂ ਇਸਤਰੀਆਂ ਵਾਲੇ, ਲੜਕੀਆਂ ਵਾਲੇ ਕੱਪੜੇ ਪਾ ਲਏ, ਤੋਂ ਪੇਟ ਉੱਚਾ ਹੋ ਗਿਆ। ਤੇ ਲੈ ਕੇ ਉਸ ਨੂੰ ਨਾਲ ਨੌਜਵਾਨ ਬੱਚੇ ਸ਼ਰਾਰਤੀ ਕ੍ਰਿਸ਼ਨ ਜੀ ਦੇ ਗੁਰੂ ਕੋਲ ਚਲੇ ਗਏ ਤੇ ਜਾ ਕੇ ਕਹਿੰਦੇ, ਬਾਬਾ ਜੀ ਐਂ ਦੱਸੋ ਇਹ ਲੜਕੀ ਦੇ ਪੇਟੋਂ ਕੀ ਹੋਊਗਾ।
ਉਹਨੂੰ ਅਕਸਰ ਬ੍ਰਹਮ ਗਿਆਨੀ ਸੀਗਾ ਵੀ ਇਹ ਸ਼ਰਾਰਤੀ ਹੈ, ਸ਼ਰਾਰਤ ਕਰਨ ਆਏ ਨਾ। ਕਹਿਣ ਲੱਗਿਆ ਚਲੇ ਜਾਓ, ਤੁਸੀਂ ਕੀ ਲੈਣਾ, ਕੁਛ ਵੀ ਹੋਵੇ। ਕਹਿੰਦਾ ਨਹੀਂ, ਸਾਨੂੰ ਦੱਸੋ ਕੀ ਹੋਊਗਾ। ਜਿੱਦ ਪੈ ਗਏ, ਖਹਿੜੇ ਪੈ ਗਏ। ਅਖੀਰ ਗੁਰੂ ਪਿਆਰਿਓ ਰਿਸ਼ੀ ਕਹਿਣ ਲੱਗਿਆ ਇਹਦੇ ਪੇਟੋਂ ਉਹ ਪੈਦਾ ਹੋਊਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੂਗਾ। ਕਹੋ ਸਤਿਨਾਮ। ਜਦੋਂ ਇਹ ਬਚਨ ਕਰਤਾ ਤੇ ਉਹਨਾਂ ਨੂੰ ਇਹ ਵੀ ਪਤਾ ਸੀਗਾ ਵੀ ਰਿਸ਼ੀ ਦੇ ਮੂੰਹ ਚੋਂ ਨਿਕਲਿਆ ਬਚਨ ਆਲਾ ਨਹੀਂ ਜਾਂਦਾ। ਤੇ ਫਿਰ ਨਿੰਮੋ ਝੁਣਜੋ ਕੇ ਪੁੱਠੇ ਮੁੜਿਆ। ਕਹਿੰਦੇ ਅੱਗੋਂ ਕ੍ਰਿਸ਼ਨ ਜੀ ਮਿਲ ਗਏ। ਇਹ ਸਵਾਂਗ ਜਾ ਧਾਰਿਆ ਦੇਖ ਕੇ ਪੁੱਛ ਲਿਆ, ਓਏ ਤੁਸੀਂ ਕਿੱਧਰੋਂ ਆਏ ਹੋ? ਕਹਿੰਦੇ ਜੀ ਇਸ ਤਾਂ ਜਮਨਾ ਪਾਰ ਤੁਹਾਡੇ ਗੁਰੂ ਕੋਲ ਗਏ ਸੀਗੇ। ਫੇਰ ਕੀ, ਅਸੀਂ ਤਾਂ ਵੈਸੇ ਖੇਡ ਕੀਤੀ ਸੀਗੀ। ਇਹ ਮੁੰਡਾ ਹੈਗਾ, ਇਹਦੇ ਪੇਟ ਤੇ ਲੋਹੇ ਦਾ ਬਾਟਾ ਬਣ ਕੇ ਸਾਧੂ ਨੂੰ ਪੁੱਛ ਲਿਆ ਵੀ ਇਹਦੇ ਪੇਟੋਂ ਕੀ ਹੋਊਗਾ। ਤੇ ਉਹ ਕਹਿੰਦਾ ਇਹਦੀ ਪੇਟੋਂ ਉਹ ਪੈਦਾ ਹੋਊਗਾ ਜੋ ਤੁਹਾਡੀ ਕੁਲ ਦਾ ਨਾਸ਼ ਕਰੂਗਾ। ਇਹ ਯਾਦਵ ਕ੍ਰਿਸ਼ਨ ਜੀ ਕਹਿਣ ਲੱਗੇ ਫਿਰ ਤੁਸੀਂ ਇਹ ਗੱਲ ਕਿਉਂ ਕੀਤੀ? ਸਾਧੂਆਂ ਨੂੰ ਥੋੜ੍ਹਾ ਛੇੜੀਦਾ ਹੁੰਦਾ, ਉਹਨਾਂ ਦੇ ਇਹੋ ਜਿਹੀਆਂ ਗੱਲਾਂ ਨੂੰ ਕਰਦੇ ਹੁੰਦੇ ਆ। ਕਹਿੰਦੇ ਜੀ ਹੁਣ ਕੀ ਕਰੀਏ? ਹੁਣ ਕ੍ਰਿਸ਼ਨ ਜੀ ਵੀ ਔਲੀ ਨੂੰ ਟਾਲਦੇ ਨਹੀਂ। ਉਹਨਾਂ ਨੂੰ ਪਤਾ ਵੀ ਇਹ ਘਟਨਾ ਹੁਣ ਕਿਵੇਂ ਘਟਣੀ ਆ। ਜਿਵੇਂ ਬਾਬਾ ਬੁੱਢਾ ਜੀ ਨੇ ਕਿਹਾ, ਗੁਰੂ ਕਿਆਂ ਨੂੰ ਕਿਵੇਂ ਭਾਜੜਾਂ ਪਈਆਂ ਆਉਂਦੀਆਂ। ਤੇ ਗੁਰੂ ਅਰਜਨ ਦੇਵ ਜੀ ਨੇ ਉਹ ਬਚਨ ਪੂਰਾ ਕਰਤਾ। ਇੱਕ ਵਾਰੀ ਅੰਮ੍ਰਿਤਸਰ ਛੱਡ ਕੇ ਗੁਰੂ ਪਿਆਰੋ ਦੂਜੇ ਥਾਂ ਤੇ ਜਾ ਕੇ ਵਸ ਕੇ। ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਕ੍ਰਿਸ਼ਨ ਜੀ ਕਹਿੰਦੇ ਹੁਣ ਐਦਾਂ ਕਰੋ, ਉੱਥੇ ਜਾ ਕੇ ਬਹਿ ਜਾਓ ਜਮਨਾ ਦੇ ਕਿਨਾਰੇ ਤੇ ਸਾਰਾ ਬਾਟਾ ਰਗੜ ਕੇ ਪਾਣੀ 'ਚ ਬਹਾ ਦਿਓ। ਇਹੀ ਹੋ ਸਕਦਾ। ਕਹਿੰਦੀ ਉਹਨਾਂ ਨੇ ਉਸ ਕਿਨਾਰੇ ਤੇ ਬੈਠ ਕੇ ਰਗੜਿਆ ਬਾਟਾ ਲੋਹੇ ਦਾ। ਰਗੜਦੇ ਰਹੇ ਪਾਊਡਰ ਸਾਰਾ ਬਹਿੰਦਾ ਰਿਹਾ ਤੇ ਅਖੀਰ ਐਡਾ ਕੁ ਪੀਸ ਰਹਿ ਗਿਆ। ਤੇ ਉਹ ਨਾ ਰਗੜਿਆ ਗਿਆ, ਹੱਥ 'ਚ ਨਹੀਂ ਫੜਿਆ ਗਿਆ, ਉਹਨੇ ਚਲਾ ਕੇ ਮਾਰਿਆ। ਉਹ ਕਹਿੰਦੇ ਮੱਛੀ ਖਾ ਗਈ। ਤੇ ਉਹ ਜਮਨਾ ਦੇ ਕਿਨਾਰੇ ਤੇ ਕਹਿੰਦੇ ਫਿਰ ਇੱਕ ਸਰ ਉਗਰਿਆ, ਇੱਕ ਜੜੀ ਬੂਟੀ ਸਰ ਆ ਕਾਨਾ। ਤੇ ਜੇ ਕਾਨੇ ਨੂੰ ਐ ਵੱਟ ਕੇ ਆਪਾਂ ਕਿਸੇ ਦੇ ਮਾਰੀਏ ਨਾ ਤੇ ਉਹਦਾ ਪੱਤਾ ਬਲੇਡ ਵਰਗਾ ਤਿੱਖਾ ਤੇ ਚੀਰ ਪਾਉਂਦਾ ਹੁੰਦਾ ਵੀ ਜ਼ਹਿਰੀਲਾ। ਕਹੋ ਸਤਿਨਾਮ। ਉੱਥੇ ਸਰ ਉਗਰਿਆ, ਇਸੇ ਕਰਕੇ ਉਹਨੂੰ ਸਰ ਕਹਿੰਦੇ ਆ। ਵੇ ਸਰ ਲੋਹੇ ਨੂੰ ਵੀ ਕਹਿੰਦੇ ਆ। ਕਹਿੰਦੇ ਸਰ ਕਹਿੰਦੇ ਉਸ ਘਟਨਾ ਤੋਂ ਬਾਅਦ ਉਗਰਿਆ ਇਹ। ਤੇ ਯਾਦਵਾਂ ਨੇ ਉੱਥੇ ਫੰਕਸ਼ਨ ਕੀਤਾ, ਕੋਈ ਦਿਨ ਸੀਗਾ। ਉਹਨਾਂ ਨੇ ਸ਼ਰਾਬਾਂ ਪੀਤੀਆਂ, ਲੜਾਈ ਹੋ ਗਈ ਤੇ ਉਹ ਕਾਨੇ ਪੱਟ ਕੇ ਇੱਕ ਦੂਜੇ ਦੇ ਮਾਰੇ। ਤੇ ਉਹ ਜ਼ਹਿਰੀਲੇ ਕਾਨੇ ਸੀ ਤੇ ਸਾਰੇ ਯਾਦਵ ਹੀ ਮਾਰੇ ਗਏ। ਕਹੋ ਸਤਿਨਾਮ। ਬਚ ਗਏ ਕ੍ਰਿਸ਼ਨ ਜੀ। ਤੇ ਕ੍ਰਿਸ਼ਨ ਜੀ ਇਕੱਲੇ ਰਹਿ ਗਏ ਤੇ ਉਹ ਜੰਗਲ ਵਿੱਚ ਬੈਠੇ ਆ ਢੂਈ ਲਾ ਕੇ ਇੱਕ ਦਰਖਤ ਨਾਲ। ਤੇ ਲੱਤ ਉੱਤੇ ਐਂ ਪੈਰ ਰੱਖਿਆ ਹੋਇਆ ਤੇ ਪੈਰ ਦੇ ਥੱਲੇ ਇੱਕ ਪਦਮ ਦਾ ਨਿਸ਼ਾਨ ਸੀਗਾ ਜਿਹੜਾ ਦੂਰੋਂ ਮਿਰਗ ਦੀ ਅੱਖ ਵਾਂਗੂ ਚਮਕਦਾ ਸੀ। ਕਹੋ ਸਤਿਨਾਮ। ਕਿਉਂਕਿ ਅਵਤਾਰੀ ਪੁਰਸ਼ ਆ ਉਹ। ਤੇ ਕਹਿੰਦੇ ਇੱਕ ਸ਼ਿਕਾਰੀ ਜਿਸ ਨੇ ਮੱਛੀਆਂ ਵੀ ਫੜੀਆਂ ਖਾਣ ਵਾਸਤੇ ਤੇ ਉਹ ਮੱਛੀ ਫੜੀ ਗਈ ਜਿਹੜੀ ਨੇ ਉਹ ਖਾਧਾ ਸੀਗਾ ਬਾਟੇ ਦਾ ਪੀਸ ਰਗੜਿਆ ਹੋਇਆ, ਮੁਖੀ ਵਾਂਗੂ ਬਣ ਗਿਆ ਤਿੱਖਾ ਜਿਹਾ। ਉਹਦੇ ਵਿੱਚੋਂ ਲੋਹਾ ਨਿਕਲਿਆ। ਲੋਹਾ ਉਹਨੇ ਤੀਰ ਦੇ ਮੂਹਰੇ ਲਾ ਲਿਆ। ਕਹਿੰਦਾ ਤਾਂ ਮੁਖੀ ਵਧੀਆ ਬਣ ਗਈ ਯਾਰ, ਕਮਾਲ ਹੋ ਗਈ। ਤੇ ਕਹਿੰਦੇ ਜਦੋਂ ਗਿਆ ਜੰਗਲ ਦੇ ਵਿੱਚ ਸ਼ਿਕਾਰ ਲੈਣ ਵਾਸਤੇ ਜਾਂ ਲੱਕੜਾਂ ਵੱਢਣ ਵਾਸਤੇ, ਤੀਰ ਕਮਾਨ ਕੋਲੇ ਹੀ ਹੁੰਦੇ। ਜੰਗਲੀ ਲੋਕਾਂ ਕੋਲੇ ਤੀਰ ਕਮਾਨ ਹੀ ਸ਼ਸਤਰ ਹੁੰਦਾ ਸੀ ਪੁਰਾਣੇ ਸਮਿਆਂ 'ਚ, ਅੱਜ ਵੀ ਦਿਖਾਉਂਦੇ ਆ ਫਿਲਮਾਂ ਵਾਲੇ। ਇਹਨੇ ਵੇਖਿਆ ਵੀ ਉਹ ਸਾਹਮਣੇ ਕੋਈ ਮਿਰਗ ਬੈਠਾ, ਅੱਖ ਜੀ ਚਮਕਦੀ ਆ। ਤੇ ਇਹਨੇ ਤੀਰ ਛੱਡਤਾ ਤੇ ਤੀਰ ਛੱਡਿਆ ਤੇ ਜਾ ਕੇ ਕ੍ਰਿਸ਼ਨ ਜੀ ਦੇ ਪੈਰ 'ਚ ਵੱਜਿਆ। ਕਹੋ ਸਤਿਨਾਮ। ਜਾਂ ਪੈਰ 'ਚ ਵੱਜਿਆ ਤੇ ਕ੍ਰਿਸ਼ਨ ਜੀ ਪੈਰ ਨੂੰ ਪਲੋਸੀ ਜਾਂਦੇ ਆ। ਕਿਉਂਕਿ ਅਵਤਾਰੀ ਪੁਰਸ਼ ਆ ਜਿਹੜੇ ਉਹ ਜਿਹੜੀ ਆ ਮੌਤ ਨੂੰ, ਕਾਲ ਨੂੰ ਮੋੜਦੇ ਨਹੀਂ, ਉਹ ਭਾਣੇ ਨੂੰ ਮੰਨਦੇ ਆ ਜਿਵੇਂ ਗੁਰੂਆਂ ਨੇ ਮੰਨਿਆ। ਚਾਹੁੰਦੇ ਤਾਂ ਇਕੱਲੇ ਗੁਰੂ ਨਾਨਕ ਦੇਵ ਜੀ ਹਜ਼ਾਰਾਂ ਯੁੱਗਾਂ ਤੱਕ ਰਹਿ ਸਕਦੇ ਆ। ਕਹੋ ਸਤਿਨਾਮ। ਸਰੀਰ ਕਰਕੇ ਕਹਿਣਾ, ਪਰ ਨਹੀਂ, ਉਹਨਾਂ ਨੇ ਪਰਮੇਸ਼ਰ ਦੇ ਭਾਣੇ ਨੂੰ ਜੀਵਨ ਤੇ ਧਾਰਿਆ ਤੇ ਮੰਨਿਆ। ਤੇ ਜਦੋਂ ਇਹ ਚੱਕਣ ਗਿਆ ਸ਼ਿਕਾਰ ਵੀ ਮਿਰਗ ਮਰ ਗਿਆ ਹੋਣਾ ਤੇ ਗਾਹ ਕ੍ਰਿਸ਼ਨ ਜੀ ਬੈਠੇ ਪੈਰ ਪਲੂਸੀ ਜਾਂਦੇ ਆ। ਕਹਿਣ ਲੱਗਿਆ ਮਹਾਰਾਜ ਆ ਕੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਬੈਠੇ ਹੋ, ਮੈਂ ਤਾਂ ਮਿਰਗ ਸਮਝ ਕੇ ਤੀਰ ਮਾਰਿਆ ਸੀ। ਕਹਿੰਦੇ ਨਹੀਂ ਇਹ ਤੇਰਾ ਬਦਲਾ ਦੇਣਾ ਸੀਗਾ। ਰਾਮਚੰਦਰ ਵੇਲੇ ਕਹਿੰਦੇ ਮੈਂ ਤੀਰ ਮਾਰਿਆ ਸੀਗਾ ਸਾਈਡ ਤੋਂ ਹੋ ਕੇ ਤੇ ਤੈਨੂੰ ਮਾਰਿਆ ਸੀ ਤੇ ਉਹ ਬਦਲਾ ਤੇਰਾ ਅੱਜ ਮੈਂ ਚੁਕਾਤਾ। ਤੂੰ ਮੇਰੇ ਤੀਰ ਮਾਰ ਕੇ ਬਰਾਬਰ ਕਰਤਾ। ਕਹੋ ਸਤਿਨਾਮ। ਤੇ ਜਾਵਾਂਗੇ ਦੋਨੇ ਇਕੱਠੇ, ਤੈਨੂੰ ਵੀ ਨਾਲ ਹੀ ਲੈ ਕੇ ਜਾਊਂਗਾ ਸੱਚਖੰਡ ਨੂੰ। ਤੇ ਉਹ ਸ਼ਿਕਾਰੀ ਨੂੰ ਵੀ ਕ੍ਰਿਸ਼ਨ ਜੀ ਨਾਲ ਲੈ ਗਏ ਤੇ ਆਪਦੀ ਕੁਲ ਨੂੰ ਵੀ ਲੈ ਗਏ। 10ਵੇਂ ਪਾਤਸ਼ਾਹ ਜੀ ਆਪਣੇ ਚਾਰੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਗਏ। ਕਹੋ ਸਤਿਨਾਮ। ਆਪਣੇ ਪਰਿਵਾਰ ਨੂੰ ਲੈ ਗਏ। ਇਸ ਤਰ੍ਹਾਂ ਕਹਿੰਦੇ ਜਿਉਂ ਯਾਦਵ ਲੈ ਗਏ ਕ੍ਰਿਸ਼ਨ ਤਿਉਂ ਕਾਟੂ ਘੁੱਲ ਜਿਵ ਘਾਸ।
ਇਸੇ ਤਰ੍ਹਾਂ ਮੈਂ ਆਪਣੇ ਕੁਲ ਨੂੰ ਆਪਣੇ ਦੇਸ਼ ਵਸਾਵਾਂਗਾ। ਪੰਜ ਸਿੱਖ ਸਰਦਾਰ ਮਾਮਾ ਕੀਨੇ ਕੂਟ ਬਖਾਨ। ਇਸ ਕਰਕੇ ਮਾਤ ਲੋਕ ਦੇ ਵਿੱਚ ਜਿਹੜੇ ਮੈਂ ਪੰਚਾਇਤ ਸਾਜੀ ਆ ਪੰਜਾਂ ਸਿੰਘਾਂ ਦੀ, ਭਾਵ ਪੰਜ ਪਿਆਰੇ। ਇਨਕੋ ਅਰਥ ਨਾ ਬੂਝਿਓ ਮਮ ਹਮ ਸੁਤ ਕਾ ਆਨ। ਇਸ ਕਰਕੇ ਇਹ ਨਾ ਸਮਝ ਲਓ ਕਿ ਮੈਂ ਖਾਲਸੇ ਨੂੰ ਨਾਲ ਲੈ ਜਾਊਂਗਾ, ਪੰਜ ਪਿਆਰੇ ਉਹ ਇੱਥੇ ਹੀ ਰਹਿਣਗੇ। ਇਨਕੋ ਅਰਥ ਨਾ ਸਮਝਿਓ, ਇਹ ਮੈਂ ਆਪਣੇ ਪੁੱਤਰਾਂ ਦੀ ਗੱਲ ਕਰ ਰਿਹਾ। ਇਤਨੀ ਕੈਸੀ ਪ੍ਰਭੂ ਠੇ ਪਰਚੇ ਪਿਖਨ ਤੁਰੰਗ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਇੰਨੀ ਗੱਲ ਕਰਕੇ ਚੁੱਪ ਹੋ ਗਏ। ਕਹਿੰਦੇ ਫਿਰ ਮੈਂ ਦੁਬਾਰਾ ਆਵਾਂਗਾ ਆਲਮ ਸਿਆਂ ਤੇ ਖਾਲਸਾ ਪੰਥ ਦੀ ਸੰਭਾਲ ਕਰਾਂਗਾ, ਜਿਹੜੀ ਮੇਰੀ ਖੇਤੀ ਹੈ। ਇੰਨੀ ਗੱਲ ਕਹਿਣ ਤੋਂ ਬਾਅਦ ਸਤਿਗੁਰੂ ਚੁੱਪ ਕਰ ਗਏ। ਫਿਰ ਘੋੜਿਆਂ ਦੇ ਤਬੇਲੇ ਵੱਲ ਆ ਗਏ ਜੀ। ਜਿਨੇ ਤਬੇਲੇ ਮੇ ਸਕਲ ਖੁਸ਼ੀ ਪਏ ਮੁਦ ਸੰਗ। ਔਰ ਤਬੇਲੇ ਵਿੱਚ ਆ ਕੇ ਆਪਣੇ ਘੋੜਿਆਂ ਨੂੰ ਪਿਆਰ ਕੀਤਾ, ਕਿਉਂਕਿ ਘੋੜਾ ਵੀ ਮਾਲਕ ਨੂੰ ਪਿਆਰ ਕਰਦਾ, ਇੱਕ ਸਮਝਦਾਰ ਜਾਨਵਰ ਹੈ। ਸਤਿਗੁਰ ਨੇ ਸਾਰੇ ਘੋੜਿਆਂ ਨੂੰ ਪਿਆਰ ਕੀਤਾ। ਉਹਨਾਂ ਦੇ ਕੋਲ ਪਹੁੰਚੇ, ਉਹਨਾਂ ਨੂੰ ਗਿਣਤੀ ਵੀ ਕੀਤੀ, ਬੜੀ ਖੁਸ਼ੀ ਹੋਈ ਜੀ। ਔਰ ਸ੍ਰੀ ਗੁਰੂ ਲੰਗਰ ਗਏ ਛਕੇ ਛਕਾਏ ਪ੍ਰਸਾਦ। ਫਿਰ ਲੰਗਰ ਦਾ ਸਮਾਂ ਹੋ ਗਿਆ, ਪ੍ਰੀਤਮ ਨੇ ਪ੍ਰਸ਼ਾਦਾ ਛਕਣਾ ਕੀਤਾ ਜੀ। ਦੇਖਤੇ ਪੁਨਾ ਪਰੰਕ ਪਰ ਸਿੰਘ ਤਰੇ ਅਹਲਾਦ। ਔਰ ਕੁਝ ਸਮਾਂ ਦੁਪਹਿਰ ਦਾ ਸਮਾਂ, ਇਸ ਸਵੇਰ ਦਾ ਦੀਵਾਨ ਦੀ ਸਮਾਪਤੀ ਹੋਈ ਹੈ। ਔਰ ਸਵੇਰ ਬਾਅਦ ਲੰਬਰ ਜਿਵੇਂ 11-12 ਵਜੇ ਛਕਦੇ ਆ, ਲੰਗਰ ਛਕਿਆ ਤੇ ਫਿਰ ਆਰਾਮ ਕਰਨ ਲਈ ਪਲੰਘੇ ਤੇ ਪੈ ਗਏ। ਸਿੰਘ ਇਹ ਵਿਚਾਰਾਂ ਸੁਣ ਕੇ ਬੜੇ ਖੁਸ਼ ਹੋਏ ਜੀ। ਨਿਜ ਨਿਜ ਡੇਰੇ ਖਾਲਸਾ ਗਿਓ ਮਾ ਸੁਖ ਪਾਏ। ਸਿੰਘ ਵੀ ਦੀਵਾਨ ਵਿੱਚੋਂ ਉੱਠ ਕੇ ਆਪੋ ਆਪਣੇ ਤੰਬੂਆਂ ਵਿੱਚ ਜਾ ਕੇ ਆਰਾਮ ਕਰਨ ਲੱਗੇ। ਦੋਹਰਾ ਕਬ ਸੰਤੋਖ ਸਿੰਘ ਬੰਦਨਾ ਕਰੀ ਗੁਰਨ ਕੇ ਪਾਏ। ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਮੈਂ ਵੀ ਐਸੇ ਸਤਿਗੁਰਾਂ ਨੂੰ ਨਮਸਕਾਰ ਕਰਦਾ ਹਾਂ। ਦੋਹਰਾ ਇੱਕ ਦਿਨ ਬੈਠੇ ਸਭਾ ਮੈਂ ਸ਼੍ਰੀ ਗੋਬਿੰਦ ਸਿੰਘ ਰਾਏ। ਇੱਕ ਦਿਨ ਦੀ ਗੱਲ ਹੈ, ਹੁਣ ਅਗਲੀ ਸਾਖੀ ਆਰੰਭ ਹੋ ਗਈ ਹੈ। ਕਹਿੰਦੇ ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਸਭਾ ਵਿੱਚ ਬਿਰਾਜਮਾਨ ਹਨ। ਫੇਰਿਓ ਖਾਲਸਾ ਚੌਦਿਸ਼ਨਾ ਯਥਾ ਕੁਬੇਰ ਸੁਹਾਏ। ਔਰ ਸਤਿਗੁਰਾਂ ਦੇ ਚਾਰ ਛਪੇਰੇ ਖਾਲਸਾ ਪੰਥ ਬੈਠਾ ਹੈ, ਜਿਵੇਂ ਕੁਬੇਰ ਖਜ਼ਾਨਿਆਂ ਦਾ ਮਾਲਕ ਤੇ ਉਹਦੇ ਆਸੇ ਪਾਸੇ ਦੇਵਤੇ ਬੈਠੇ ਹੋਣ। ਸਿੱਖਨ ਕੋ ਉਪਦੇਸ਼ ਬਤਾਵਤ ਜਿਨ ਤੇ ਜਨਮ ਮਰਨ ਛੁਟ ਜਾਵਤ। ਔਰ ਸਤਿਗੁਰਾਂ ਦੇ ਉਪਦੇਸ਼ ਭਰੇ ਬਚਨ ਸਿੰਘ ਸੁਣ ਰਹੇ ਨੇ, ਜਿਨ੍ਹਾਂ ਨੂੰ ਸੁਣ ਕਰਕੇ ਜੀਵ ਦਾ ਜੰਮਣਾ ਮਰਨਾ ਵੀ ਕਟਿਆ ਜਾਵੇ। ਪ੍ਰਾਤਾ ਸਿਕੋ ਹਿਤ ਕੀ ਸੁਨੋ ਸਤਨਾਮ ਸਤਿਗੁਰ ਨਿਤ ਭਨੋ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਹੋ ਸਿੱਖੋ ਸੁਣੋ ਮੇਰੇ ਦਿਲ ਦੀ ਗੱਲ ਇੱਕ, ਕਿ ਸਤਨਾਮ ਵਾਹਿਗੁਰੂ ਦਾ ਜਾਪ ਕਿਉਂ ਕਰਨਾ ਚਾਹੀਏ। ਜਿਨ ਤੇ ਪਾਏ ਪਰਮ ਸੁਖ ਥਿਰੋ ਲੱਖ 84 ਜੂਨ ਨਾ ਫਿਰੋ। ਇਹ ਗੁਰਮੰਤਰ ਦਾ ਸਿਮਰਨ ਜੇ ਤੁਸੀਂ ਕਰੋ ਨਾ ਤੇ 84 ਲੱਖ ਜੂਨਾਂ ਵਿੱਚ ਨਹੀਂ ਜਾਣਾ ਪਵੇਗਾ। ਵੱਡੇ ਭਾਗ ਮਾਨੁਖ ਤਨ ਪਾਇਓ ਹਨ ਲਾਭ ਜਿਸ ਮੇ ਦਰਸਾਇਓ। ਵੱਡੇ ਭਾਗਾਂ ਦੇ ਨਾਲ ਸਾਨੂੰ ਮਨੁੱਖ ਜਾਵਾ ਮਿਲੇ ਹੈ। ਪ੍ਰੀਤਮ ਨੂੰ ਬੇਨਤੀ ਕਰਦੇ ਆ ਸਤਿਗੁਰੂ ਬਾਣੀ ਰਾਹੀਂ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਹੁਣ ਦੇਹੋ ਦਰਸ ਹਰ ਰਾਇਆ, ਹੁਣ ਦਰਸ਼ਨ ਵੀ ਦੇ ਦਿਓ। ਤਾਂ ਪਰਮੇਸ਼ਰ ਫਿਰ ਕੀ ਵਿਉਂਤ ਬਣਾਉਂਦਾ ਆਪਦੇ ਦਰਸ਼ਨ ਦੇਣ ਦੀ। ਪਰਮੇਸ਼ਰ ਕਹਿੰਦੇ ਸਿੱਖਾ ਗੁਰੂ ਕੋਲੇ ਜਾ, ਫਿਰ ਪਹਿਲਾਂ ਗੁਰੂ ਨੂੰ ਮਿਲ ਕੇ ਆ, ਮੈਂ ਗੁਰੂ ਦੇ ਰਾਹੀਂ ਮਿਲਾਂਗਾ। ਇਸ ਤਰ੍ਹਾਂ ਅਸੀਂ ਗੁਰੂ ਕੋਲੇ ਆਉਣੇ ਆ, ਗੁਰੂ ਸਾਨੂੰ ਪਰਮੇਸ਼ਰ ਦੇ ਮਿਲਣ ਦਾ ਰਸਤਾ ਦੱਸਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਇਹ ਮਨੁੱਖਾ ਜਨਮ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਜਲਦੀ ਇੰਤਜ਼ਾਮ ਕਰ ਲਾ ਲੱਗ ਜਾ, ਭਵਜਲ ਤਰਨ ਕੈ ਨਹੀਂ ਤਾਂ ਫਿਰ ਜਨਮ ਬ੍ਰਿਥਾ ਜਾਤ, ਰੰਗ ਮਾਇਆ ਕੈ ਮਨੁੱਖਾ ਜੀਵਨ ਬੇਕਾਰ ਜਾ ਰਿਹਾ। ਇਸ ਕਰਕੇ ਤੋਂ ਨਾਮ ਜਪਣਾ ਸ਼ੁਰੂ ਕਰੋ। ਨਾਮ ਜਪਣਾ ਬੜਾ ਜ਼ਰੂਰੀ ਹੈ। ਆਓ 5 ਮਿੰਟ ਜਪ ਕੇ ਦੇਖੀਏ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣ ਦਾ ਫਾਇਦਾ ਸਤਿਗੁਰ ਨੇ ਪਹਿਲਾਂ ਸਾਨੂੰ ਦੱਸਿਆ ਹੋਇਆ ਹੈ, ਪਰ ਅੱਜ ਦੇ ਮਾਹੌਲ ਵਿੱਚ ਇਹਦਾ ਇਹ ਵੀ ਫਾਇਦਾ ਕਿ ਤੁਹਾਡਾ ਗਲਾ ਤੇ ਫੇਫੜੇ ਸਾਫ਼ ਹੋ ਜਾਣਗੇ। ਜਿੰਨਾ ਖੁੱਲ੍ਹ ਕੇ ਘਰੇ ਬੈਠ ਕੇ ਕਿਸੇ ਕੋਨੇ 'ਚ ਉੱਚੀ ਵਾਹਿਗੁਰੂ ਕਹਿ ਸਕਦੇ ਹੋ, ਕਿਹਾ ਕਰੋ। ਦੋਨੇ ਫਾਇਦੇ ਆ, ਲੋਕ ਸੁਖੀਆ ਤੇ ਪਰਲੋਕ ਵੀ ਸੁਹੇਲਾ ਹੋ ਜਾਣਾ ਇਹਦੇ ਨਾਲ। ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਇਸ ਕਰਕੇ ਪਾਤਸ਼ਾਹ ਕਹਿੰਦੇ ਸਵਾਸ ਸਵਾਸ ਵਾਹਿਗੁਰੂ ਜਪੋ। ਖੈਰ ਗੁਰੂ ਕਿਰਪਾ ਕਰਨ ਸਿੱਖੋ ਸਿਮਰਨ ਕਰਨਾ ਚਾਹੀਏ ਜੀ। ਮਹਾਰਤਨ ਕੋ ਪਾਈ ਨਾ ਖੋਵੋ, ਰਹਿਨ ਸਥਿਰ ਨੈਣਿਕੋ ਜੋਵੋ। ਮਨੁੱਖਾ ਜੀਵਨ ਨੂੰ ਵੀ ਇੱਕ ਰਤਨ ਕਿਹਾ। 9 ਰਤਨ ਤਾਂ ਦੁਨੀਆ ਵਿੱਚ ਹੈ ਹੀ, ਤੇ ਗੁਰੂ ਪਿਆਰੋ ਇੱਕ ਸਾਡਾ ਮਨੁੱਖਾ ਜੀਵਨ ਹੈ, ਇਹ ਵੀ ਇੱਕ ਰਤਨ ਹੈ। ਕਹਿੰਦੇ ਇਹਨੂੰ ਗਵਾ ਨਾ ਲਿਓ, ਜਿਵੇਂ ਕਿਸੇ ਦਾ ਹੀਰਾ ਗਵਾਚ ਜਾਵੇ ਤੇ ਕਿੰਨੀ ਟੈਨਸ਼ਨ ਪੈ ਜਾਂਦੀ ਹੈ। ਤੇ ਪ੍ਰੀਤਮ ਜੀ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਾ ਅਣ ਲਾਲਚ। ਬਿਰਥਾ ਜਨ ਪ੍ਰਾਣੀ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜ ਐਸਾ ਮੁਕਦੀ ਚੱਲੀ ਰਹਿਣ। ਰਹਿਣ ਗਵਾਈ ਖੋਏ ਕੈ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ, ਨਾਮ ਨ ਜਾਣਿਆ ਰਾਮ ਕਾ ਮੂੜੇ, ਫਿਰ ਪਾਛੈ ਪਛਤਾਹੇ ਰੇ। ਇਹ ਹੀਰਾ ਜਨਮ ਹੈ, ਇਹ ਕੀਮਤੀ ਜਨਮ ਹੈ ਸਾਡਾ, ਇਸ ਨੂੰ ਐਵੇਂ ਨਾ ਗਵਾਓ। ਇਸ ਕਰਕੇ ਸਿਮਰਨ ਸ਼੍ਰੀ ਸਤਿਗੁਰ ਸਤਨਾਮ, ਦਾਹਾ ਨਰ ਤਨ ਕੋ ਅਭਿਰਾਮ। ਤੋ ਸਤਨਾਮ ਤੋਂ ਭਾਵੇਂ ਸੱਚੇ ਨਾਮ ਦਾ ਸਿਮਰਨ ਕਰੋ। ਤੇ ਸੱਚਾ ਨਾਮ ਕਿਹੜਾ? ਵਾਹਿਗੁਰੂ। ਜਿਹੜਾ ਮੂਲ ਮੰਤਰ ਹੈ ਇਹ ਇੱਕ ਪਰਮੇਸ਼ਰ ਓੰਕਾਰ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ, ਉਸੇ ਦਾ ਹੁਕਮ ਚੱਲਦਾ ਹੈ। ਸਤ ਉਹ ਸਦਾ ਰਹਿਣ ਵਾਲਾ ਹੈ, ਸਤ ਹੈ ਹਮੇਸ਼ਾ ਰਹਿਣ ਵਾਲਾ ਹੈ, ਬਾਕੀ ਸਭ ਝੂਠ ਹੈ, ਖਤਮ ਹੋਣ ਵਾਲਾ ਹੈ। ਨਾਮ ਉਹਦਾ ਨਾਮ ਵੀ ਸਤ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕੇ ਜਗਤ ਮੈਂ ਕਿਣ ਜਪਿਓ ਗੁਰਮੰਤ। ਸਤ ਨਾਮ ਕਰਤਾ ਉਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਪੁਰਖ ਬਸ ਉਹੀ ਪੁਰਖ ਹੈ। ਅਸੀਂ ਸਾਰੇ ਇਸਤਰੀਆਂ ਹਾਂ। ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਆਤਮਾ ਕਰਕੇ ਉਹ ਪਰਮ ਆਤਮਾ ਪਰਮੇਸ਼ਰ ਹੈ, ਪੁਰਖ ਹੈ, ਅਸੀਂ ਉਸ ਦੀਆਂ ਆਤਮਾਵਾਂ ਰੂਹਾਂ। ਕਰਤਾ ਪੁਰਖ ਨਿਰਭਉ ਉਹ ਡਰਦਾ ਨਹੀਂ, ਨਿਰਵੈਰ ਉਹ ਡਰਾਉਂਦਾ ਵੀ ਨਹੀਂ। ਅਕਾਲ ਉਹ ਮੌਤ ਤੋਂ ਪਰੇ ਹੈ, ਬਾਕੀ ਸਭ ਨੂੰ ਮੌਤ ਪੈਣੀ ਆ, ਉਹਨੂੰ ਮੌਤ ਨਹੀਂ ਪੈਣੀ, ਉਹ ਫੇਰ ਵੀ ਰਹਿਣਾ ਹੈ। ਪ੍ਰੀਤਮ ਦਾ ਬਚਨ ਹੈ ਅਰਬਦ ਨਰਬਦ ਧੁੰਦੂ ਕਾਰਾ, ਧਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏਂਦਾ। ਜਦੋਂ ਕੁਛ ਵੀ ਨਹੀਂ ਸੀ ਉਦੋਂ ਵੀ ਉਹ ਇਕੱਲਾ ਹੀ ਆਪਣੇ ਮਸਤੀ ਵਿੱਚ ਬੈਠਾ ਸੀ, ਆਨੰਦ 'ਚ ਬੈਠਾ ਸੀ। ਬੈਠੇ ਬੈਠੇ ਫੁਰਨਾ ਬਣਿਆ। ਜਿਵੇਂ ਤੁਸੀਂ ਸਿਮਰਨ 'ਚ ਬੈਠੇ ਹੋ, ਤੁਹਾਡੇ ਬੈਠੇ ਬੈਠੇ ਕੋਈ ਫੁਰਨਾ ਬਣ ਜੇ, ਉੱਠ ਕੇ ਉਹ ਕੰਮ ਕਰਨ ਲੱਗ ਜਾਓ। ਕਹਿੰਦੇ ਪਰਮੇਸ਼ਰ ਵੀ ਬੈਠੇ ਮਸਤੀ 'ਚ, ਅਫੁਰ ਅਵਸਥਾ। ਫੁਰਨਾ ਕੀ ਬਣਿਆ? ਮੇਰੇ ਵਰਗੇ ਹੋਰ ਵੀ ਹੋਣ ਤੇ ਕਹਿੰਦੇ ਹੋ ਜਾ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਕਹਿੰਦੇ ਹੋ ਜਾ। ਜਦ ਹੋ ਜਾ ਕਿਹਾ ਤਾਂ ਉਹਨਾਂ ਤੋਂ ਹਵਾ ਪੈਦਾ ਹੋਈ, ਤੇ ਹਵਾ ਉਹਨਾਂ 'ਚੋਂ ਪੈਦਾ ਹੋ ਕੇ ਬਾਹਰ ਨਿਕਲੀ। ਫਿਰ ਹਵਾ ਵਾਤਾਵਰਨ ਵਿੱਚ ਠੰਡੀ ਹੋਈ, ਤੇ ਠੰਡੀ ਹੋ ਕੇ ਹਵਾ ਦਾ ਪਾਣੀ ਬਣ ਗਿਆ, ਤੇ ਪਾਣੀ ਥੱਲੇ ਵਰਿਆ, ਤੇ ਉਸ ਪਾਣੀ ਦੇ ਨਾਲ ਫਿਰ ਧਰਤੀ ਦੇ ਵਿੱਚ ਕੀੜੇ ਮਕੌੜੇ ਪੈਦਾ ਹੋਣੇ ਸ਼ੁਰੂ ਹੋਏ। ਪਹਿਲਾਂ ਨਿੱਕੇ ਨਿੱਕੇ ਕੀੜੇ, ਫਿਰ ਉਹਨਾਂ ਨੂੰ ਖੰਭ ਨਿਕਲ ਆਏ, ਫਿਰ ਉਹ ਪਤੰਗੇ ਬਣ ਗਏ। ਫਿਰ ਕੁਝ ਪਤੰਗੇ ਲੰਬੇ ਜੀਵੇ ਤੇ ਉਹ ਪੰਛੀ ਬਣ ਗਏ। ਉਹਨਾਂ ਪੰਛੀਆਂ ਵਿੱਚੋਂ ਅੱਗੇ ਚੁਪਾਏ ਬਣ ਗਏ, ਡਰੈਗਨ ਵਰਗੇ। ਉਹ ਪਸ਼ੂ ਵੀ ਸੀ ਤੇ ਪੰਛੀ ਵੀ ਸੀ। ਫਿਰ ਚੱਲਦੇ ਚੱਲਦੇ ਉਹਨਾਂ ਵਿੱਚੋਂ ਆਪਣੀ ਹੋਂਦ ਆ ਗਈ। ਕਹੋ ਸਤਨਾਮ। ਹੌਲੀ ਹੌਲੀ ਆਪਾਂ ਤਿਆਰ ਹੋ ਗਏ, ਸਾਚੇ ਤੇ
ਬਾਣੀ 'ਚ ਲਿਖਿਆ। ਸੈਂਸ ਨੂੰ ਹਜੇ ਪਤਾ ਨਹੀਂ ਲੱਗਿਆ ਪੂਰਾ ਕਿਵੇਂ ਦੁਨੀਆ ਬਣੀ ਆ। ਪ੍ਰੀਤਮ ਪਹਿਲਾਂ ਲਿਖ ਗਏ, ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਹ ਪਰਮੇਸ਼ਰ ਸਿੱਖੋ ਨਿਰਭਉ ਨਿਰਵੈਰ ਅਕਾਲ, ਉਹ ਕਾਲ ਤੋਂ ਬਾਹਰ ਹੈ। ਆੜਾ ਮੂਹਰੇ ਲਾਤਾ ਕਾਲ ਦੇ, ਉਹਨੂੰ ਕਾਲ ਨਹੀਂ ਪੈਂਦਾ। ਅਕਾਲ ਮੂਰਤ, ਸ਼ਬਦੇ ਧਰਤੀ, ਸ਼ਬਦੇ ਆਕਾਸ਼, ਉਹਨੇ ਸ਼ਬਦ ਵਿੱਚੋਂ ਸਭ ਕੁਝ ਬਣਾਇਆ। ਸਭ ਦੇ ਸ਼ਬਦ ਭਇਆ ਪ੍ਰਕਾਸ਼, ਸਗਲ ਸਮਗਰੀ ਸ਼ਬਦ ਕੇ ਪਾਛੈ। ਪਹਿਲਾਂ ਸ਼ਬਦ ਪੈਦਾ ਹੋਇਆ, ਫਿਰ ਆਪਾਂ ਸਾਰੇ ਪੈਦਾ ਹੋਏ। ਕਹੋ ਸਤਨਾਮ। ਫਿਰ ਸਗਲ ਸਮਗਰੀ ਸ਼ਬਦ ਕੇ ਪਾਛੈ, ਫਿਰ ਉਹ ਸ਼ਬਦ ਨਾਨਕ ਸ਼ਬਦ ਘਟਾ ਘਟਿਆ, ਅੱਛਾ ਉਹ ਸਾਡੇ ਵਿੱਚ ਵੀ ਬਹਿ ਗਿਆ ਸ਼ਬਦ। ਤੋ ਸ਼ਬਦ ਹੀ ਪਰਮੇਸ਼ਰ ਦਾ ਸੂਖਮ ਰੂਪ ਹੈ ਅਸਲ ਵਿੱਚ। ਕਹੋ ਸਤਨਾਮ। ਇਸੇ ਕਰਕੇ ਗੁਰਬਾਣੀ ਨੂੰ ਪਰਮੇਸ਼ਰ ਵੀ ਕਿਹਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਲਿਖਿਆ ਨਾ। ਇਸ ਕਰਕੇ ਸ਼ਬਦ ਸਰੂਪ ਪਰਮੇਸ਼ਰ ਹੈ, ਸ਼ਬਦ ਸਰੂਪੀ ਰਾਮ ਹੈ। ਕਈ ਲੋਕ ਕਹਿੰਦੇ ਆ ਆਹ ਸਾਡਾ ਮੰਤਰ ਹੈ, ਤੇ ਸਤਿਗੁਰ ਨੇ ਤਾਂ ਸਾਰੇ ਮੰਤਰ ਇੱਥੇ ਰੱਖ ਹੀ ਦਿੱਤੇ। ਕਿਉਂ ਚੱਕਰਾਂ 'ਚ ਪਈਏ ਅਸੀਂ? ਮੂਲ ਮੰਤਰ ਵਿੱਚ ਪਰਮੇਸ਼ਰ ਦੀ ਡੈਫੀਨੇਸ਼ਨ ਹੈ, ਉਹਦੀ ਜਾਣਕਾਰੀ ਹੈ, ਉਹਦੇ ਲੱਛਣ ਹੈ, ਉਹ ਕਿਹੋ ਜਿਹਾ, ਕਿਵੇਂ ਮਿਲਦਾ ਹੈ। ਨਿਰਭਉ ਨਿਰਵੈਰ ਅਕਾਲ ਮੂਰਤ। ਮੂਰਤ, ਹੁਣ ਮੂਰਤ ਦਾ ਅਸੀਂ ਇੱਕੋ ਅਰਥ ਕਰਦੇ ਹਾਂ, ਫੋਟੋ। ਉਹ ਜਿਹੜਾ ਮੂਰਤ ਹੈ, ਉਹ ਜਿਹੜਾ ਸਰੂਪ ਹੈ, ਉਹ ਅਕਾਲ ਹੈ, ਮੌਤ ਤੋਂ ਪਰੇ ਹੈ। ਪਰ ਮੂਰਤ ਦਾ ਦੂਸਰਾ ਅਰਥ ਹੈ ਆਪਣੇ ਆਪੇ ਨਾਲ ਰੰਗਿਆ ਜਾ। ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਇਹ ਦੁਨੀਆ ਇੱਕ ਮੇਲਾ ਹੈ, ਹੱਥ 'ਚ ਫੜੀ ਹੋਈ ਨਹੀਂ। ਤੂੰ ਆਪਣੇ ਆਪੇ ਦਾ ਧਿਆਨ ਧਰਿਆ ਕਰ। ਅਜੂਨੀ ਫਿਰ ਕੀ ਹੋਊਗਾ? ਤੂੰ ਵੀ ਜੂਨੀਆਂ ਤੋਂ ਬਾਹਰ ਨਿਕਲ ਜਾਏਗਾ, ਉਹ ਵੀ ਜੂਨੀਆਂ ਵਿੱਚ ਨਹੀਂ ਆਉਂਦਾ। ਸਵੈਭੰ, ਆਪਣੇ ਆਪ ਜਿੱਥੇ ਜੀ ਕਰਦਾ ਪ੍ਰਕਾਸ਼ ਹੋ ਜਾਂਦਾ, ਜਿੱਥੇ ਜੀ ਕਰਦਾ ਗੁਪਤ ਹੋ ਜਾਂਦਾ ਹੈ। ਪ੍ਰਕਾਸ਼ ਹੋਇਆ ਤਾਂ ਭਗਤ ਰਵਿਦਾਸ 'ਚੋਂ ਬੋਲ ਪਿਆ, ਕਬੀਰ ਸਾਹਿਬ 'ਚੋਂ ਬੋਲ ਪਿਆ, ਹੋਰ ਤਾਂ ਹੋਰ ਉਹ ਬੋਲਿਆ ਤੇ ਛੱਜੂ ਮਹਿਰੇ 'ਚੋਂ ਵੀ ਬੁਲਾਤਾ। ਕਹੋ ਸਤਨਾਮ। 8ਵੇਂ ਪਾਤਸ਼ਾਹ ਜੀ ਨੇ ਛੱਜੂ ਮਹਿਰੇ 'ਚੋਂ ਬੋਲ ਪਿਆ। ਭਾਵ ਉਹ ਜਿੱਥੋਂ ਜੀ ਚਾਹੇ ਬੋਲ ਸਕਦਾ, ਉਹਦੀ ਆਪਣੀ ਮਰਜ਼ੀ ਹੈ। ਇੱਕ ਥਾਂ ਤਾਂ ਪੂਰੀ ਸਾਖੀ ਯਾਦ ਨਹੀਂ ਕਿ ਕੁੱਤੇ ਦੇ ਵਿੱਚੋਂ ਵੀ ਗਿਆਨ ਚਲਾਤਾ ਸੀ। ਕਹੋ ਸਤਨਾਮ। ਗੁਰੂਆਂ ਨੇ, ਭਾਵ ਪਰਮੇਸ਼ਰ ਆਪਦੀ ਮਰਜ਼ੀ ਦਾ ਮਾਲਕ, ਉਹ ਕਿੱਥੋਂ ਵੀ ਬੋਲ ਸਕਦਾ ਹੈ। ਜਿਵੇਂ ਔਰੰਗਜ਼ੇਬ ਨੂੰ ਕੁੱਤੇ ਨੇ ਗਿਆਨ ਦਿੱਤਾ। ਔਰੰਗਜ਼ੇਬ ਭਾਈ ਦਇਆ ਸਿੰਘ ਉਹਨਾਂ ਨੂੰ ਕਹਿੰਦਾ ਜਿਹੜੀ ਜਫਰਨਾਮਾ ਲੈ ਗਏ, ਤੁਹਾਡੇ ਗੁਰੂ 'ਚ ਕਿੰਨੀ ਕੁ ਪਾਵਰ ਹੈ? ਕਹਿੰਦੇ ਸਾਡੇ ਗੁਰੂ 'ਚ ਤਾਂ ਪਤਾ ਨਹੀਂ ਕਿੰਨੀ ਕੁ ਪਾਵਰ ਹੈ। ਨਹੀਂ ਫੇਰ ਵੀ ਕਹਿੰਦੇ ਯਾਰ ਉਹਦੇ ਘਰ ਦਾ ਜੂਠਾ ਖਾਣ ਵਾਲਿਆਂ ਦੀ ਪਾਵਰ ਦਾ ਨਹੀਂ ਪਤਾ, ਤੂੰ ਗੁਰੂ ਦੀ ਪਾਵਰ ਪੁੱਛਦਾ। ਉਹਦੇ ਘਰ ਦਾ ਜੂਠਾ ਕੁੱਤੇ ਖਾ ਗਏ, ਉਹਨਾਂ 'ਚ ਪਤਾ ਨਹੀਂ ਕਿੰਨੀ ਪਾਵਰ ਹੈ। ਕੁੱਤਿਆਂ ਦੇ ਵਿੱਚ ਵੀ ਪਾਵਰ ਹੈ। ਕਹਿੰਦੇ ਹਾਂ, ਫਿਰ ਕੋਈ ਤਜਰਬਾ ਕਰਾਓ। ਤੇ ਨਾਲ ਦੇ ਸਾਥੀ ਨੂੰ ਦਇਆ ਸਿੰਘ ਜੀ ਕਹਿੰਦੇ ਆਪਣੇ ਸ਼ੇਰੂ ਨੂੰ ਲਿਆਓ ਬਾਹਰੋਂ। ਕੁੱਤਾ ਨਾਲ ਗਿਆ ਸੀ, ਕੋਈ ਬਾਹਰ ਹੀ ਖੜਾਤਾ ਸੀ। ਉਹ ਸ਼ੇਰੂ ਨੂੰ ਅੰਦਰ ਲਿਆਂਦਾ। ਕੁੱਤੇ ਦੇ ਨਾਮ ਸ਼ੇਰੂ ਰੱਖਿਆ ਹੁੰਦਾ ਨਾ ਕਈ ਵਾਰੀ, ਉਹ ਅੰਦਰ ਲਿਆਂਦਾ। ਮੈਂ ਵੈਸੇ ਹੀ ਨਾਮ ਰੱਖ ਲਿਆ। ਉਹਨੂੰ ਅੰਦਰ ਲਿਆਂਦਾ। ਦਇਆ ਸਿੰਘ ਕਹਿਣ ਲੱਗਿਆ ਸ਼ੇਰੂ ਇਹ ਰੰਗ ਜੇ ਕੁਝ ਪੁੱਛਦਾ ਹੈਗਾ, ਇਹਨੂੰ ਦੱਸ ਦੇ। ਉਹ ਕਹਿੰਦਾ ਕੀ ਦੱਸਣਾ ਇਹਨੂੰ? ਇਹ ਮੂਰਖ ਨੂੰ ਸਾਡੇ ਕੁੱਤਿਆਂ 'ਚੋਂ ਕੱਢ ਕੇ ਬੰਦਾ ਬਣਾਇਆ ਸੀ ਇਹ ਰਾਜ ਕਰਨ ਵਾਸਤੇ, ਇਹਨੂੰ ਰਾਜ ਕਰਨਾ ਨਹੀਂ ਆਇਆ। ਹੁਣ ਤੂੰ ਵਾਪਸ ਸਾਡੇ ਵਿੱਚ ਹੀ ਆ ਜਾ। ਤੇ ਔਰੰਗਜ਼ੇਬ ਕਿੰਨਾ ਸ਼ਰਮਸ਼ਾਰ ਹੋਇਆ ਹੋਊਗਾ। ਕਹੋ ਸਤਨਾਮ। ਖੈਰ ਸਮਾਪਤੀ ਵੱਲ ਹੋਈਏ ਆਪਾਂ। ਮੇਰੇ ਪ੍ਰੀਤਮ ਜੀ ਕਹਿੰਦੇ ਇਸ ਬਿਦ ਕਹਿਤ ਹੋ ਤੋ ਜੇ ਸਮੈ, ਇੱਕ ਸਿੱਖਣੀ ਆਏ ਕਿਮ ਨਾ ਮਹਿ। ਸਤਿਗੁਰੂ ਸਿਮਰਨ ਦੀ ਗੱਲ ਕਰ ਹੀ ਰਹੇ ਸੀ, ਇੱਕ ਸਿੱਖਣੀ ਨੇ ਆ ਕੇ ਮੱਥਾ ਟੇਕਿਆ। ਫਿਰ ਸਮੀਪ ਹੋਏ ਲਾਗੀ ਰੋਵਨਾ, ਅਸ਼ਰਪਾਤ ਤੇ ਬਸਤਰ ਭਗੋਵਨਾ। ਸਾਹਮਣੇ ਖੜ ਕੇ ਉੱਚੀ ਉੱਚੀ ਰੋਣ ਲੱਗੀ ਔਰ ਅੱਖਾਂ ਦੇ ਪਾਣੀ ਨਾਲ ਚੁੰਨੀ ਗਿੱਲੀ ਕਰ ਲਈ ਹੈ। ਸ੍ਰੀ ਮੁਖ ਤੇ ਤਬ ਭੋਜਨ ਕਰੇ, ਕਿਉਂ ਬਿਰਲਾਪਤ ਕਿਆ ਦੁਖ ਭਰੇ। ਆਸ਼ਾ ਕਹਿੰਦੇ ਤੈਨੂੰ ਕੀ ਹੋ ਗਿਆ ਭਾਈ, ਤੂੰ ਕਿਉਂ ਬਿਰਲਾਪ ਕਰਦੀ ਆ, ਕਿਉਂ ਰੋਂਦੀ ਹੈ? ਕਰ ਜੋਰ ਉਚਾਰਨ ਲਾਗੇ, ਸੁਨੋ ਗੁਰੂ ਜੀ ਮੈਂ ਦੁਖ ਭਾਗੀ। ਕੌਣ ਹੈ ਇਸਤਰੀ, ਕਿਉਂ ਰੋਂਦੀ ਹੈ? ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਸਮੇਂ ਸਿਰ ਪਹੁੰਚਿਆ ਕਰੋ। 4:45 ਤੋਂ 5:30 ਤੱਕ ਦਾ ਸਮਾਂ ਹੈ। ਥੋੜਾ ਲੇਟ ਹੋ ਗਏ ਸੀ, ਇਸ ਕਰਕੇ 5 ਮਿੰਟ ਉੱਤੇ ਚਲਾ ਗਿਆ ਸਮਾਂ। ਗੁਰੂ ਕਿਰਪਾ ਕਰਨ ਸਮੇਂ ਸਿਰ ਪਹੁੰਚ ਕੇ ਆਪਾਂ ਅਗਲੀ ਵਿਚਾਰ ਸੁਣਾਂਗੇ। ਇਹ ਬੀਬੀ ਕੌਣ ਹੈ, ਕਿਉਂ ਆ ਕੇ ਰੋਣ ਲੱਗੀ ਹੈ, ਤੇ ਗੁਰੂ ਸਾਹਿਬ ਇਸ ਦਾ ਜਿਹੜਾ ਹੈ ਇੱਛਾ ਜਿਹੜੀ ਹੈ, ਜੋ ਵੀ ਇਸ ਦੀ ਰੋਣ ਦੀ ਕਾਰਨ ਹੈ, ਉਹ ਕਿਵੇਂ ਸੈੱਟ ਕਰਦੇ ਆ।
ਕੱਲ ਨੂੰ ਸਰਵਣ ਕਰਾਂਗੇ। ਹੁਣ ਸਮਾਂ ਇੱਥੇ ਹੀ ਰੋਕਣ ਦਾ, ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व मैं पंचन गुणितास हे संगी हे निरंकार हे निर्गुण सब टेक हे गोबिंद हे गुण निदान जाके सदा विवेक हे अपरंपर हर हरे हो बनहार हे संत कै सदा संग आधार हे ठाकुर होंदा सरो निर्गुण गुण नहीं कोई नानक दीजै नाम दान आए प्रभ शरणागति नित दयाल एक अखर हर मन बसत निहाल एक ओंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह।